ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿਅਮ ਸ਼ਿਵਮ ਸੁੰਦਰਮ। ਸਤਿਅਮ ਸ਼ਿਵਮ ਸੁੰਦਰਮ। ਪਰਮਾਤਮਾ ਦੀ ਅਥਾਹ ਕਿਰਪਾ ਅਤੇ ਗੁਰੂ ਪਿਤਾ ਡਾਕਟਰ ਜਗਜੀਤ ਸਿੰਘ ਗਰੇਵਾਲ ਜੀ ਦੇ ਆਦੇਸ਼ ਮੁਤਾਬਕ ਅਸੀਂ ਕਾਫੀ ਚਿਰ ਮਗਰੋਂ ਹਫ਼ਤਾਵਾਰੀ ਪ੍ਰੋਗਰਾਮ ਪੇਸ਼ ਕਰਨ ਲੱਗੇ ਹਾਂ। ਇਸ ਦਾ ਪਹਿਲਾ ਲੈਕਚਰ ਕੁਟੀਆ ਸਾਹਿਬ ਵਿੱਚ 27 ਫਰਵਰੀ 2022 ਨੂੰ ਹੋਇਆ ਸੀ। ਕਿਉਂਕਿ ਇਸ ਦੇ ਵਿੱਚ ਕੁਝ ਕੁ ਸੀਮਤ ਹੀ ਸਾਧਕ ਸਨ, ਸੋ ਹੁਣ ਉਸ ਲੈਕਚਰ ਨੂੰ ਨਵੇਂ ਵੱਖਰੇ ਰੂਪ ਵਿੱਚ ਪੇਸ਼ ਕਰ ਰਹੇ ਹਾਂ। ਮੇਰੇ ਸਾਥੀ ਜਤਿੰਦਰ ਸਿੰਘ ਗਰੇਵਾਲ ਅਤੇ ਮੈਂ ਗੁਰਪ੍ਰੀਤ ਸਿੰਘ ਨੂੰ ਇਹ ਪ੍ਰੋਗਰਾਮ ਕਰਨ ਦਾ ਹੁਕਮ ਹੋਇਆ ਹੈ। ਪਰਮਾਤਮਾ ਦੀ ਆਰਾਧਨਾ ਉਪਰੰਤ ਹੁਣ ਤੁਸੀਂ ਇਸ ਲੈਕਚਰ ਨੂੰ ਨਵੇਂ ਰੂਪ ਵਿੱਚ ਸੁਣੋ ਜੀ। ਕਿਤਾਬ ਆਪਣੀ ਤਿਆਰ ਆ ਤੇ ਸਧਾਰਨ ਸਮਝ ਵਾਲੀ ਹੈ ਨਹੀਂ, ਕਿਉਂਕਿ ਇਹ ਕਿਸੇ ਇੱਕ ਲਈ ਤਾਂ ਲਿਖੀ ਨਹੀਂ ਹੋਈ। ਠੀਕ ਹੈ ਨੀ, ਦੁਨੀਆ ਦੇ ਵਿੱਚ ਸਮਝਣ ਵਾਲੇ ਬਹੁਤ ਪਏ ਆ ਤੇ ਦੁਨੀਆ ਦੇ ਵਿੱਚ ਸਮਝਾਉਣ ਵਾਲੇ ਵੀ ਬਹੁਤ ਪਏ ਆ। ਇਹ ਆਪਣਾ ਇੱਕ ਸਿਸਟਮ ਹੈਗਾ ਜਿਹਨੂੰ ਆਪਾਂ ਸਮਝਦੇ ਹਾਂ। ਉਹਦੀ ਗੱਲ ਸਾਰੀ ਜਿਹੜੀ ਮੈਂ ਤੁਹਾਨੂੰ ਅੱਜ ਦੱਸਦੀ। ਅੱਜ ਦੀ ਜਿਹੜੀ ਆਪਾਂ ਮੀਟਿੰਗ ਕਰਨੀ ਸੀ, ਕਿਉਂਕਿ ਮੀਟਿੰਗ ਤਾਂ ਆਪਾਂ ਕਰਦੇ ਨਹੀਂ, ਇਸ ਲਈ ਨਹੀਂ ਕਰਦੇ ਵੀ ਆਪਾਂ ਨੂੰ ਕੋਵਿਡ ਦਾ ਡਰ ਆ। ਠੀਕ ਹੈ, ਅਤੇ ਕੋਵਿਡ ਦੇ ਡਰ ਦੇ ਉੱਤੇ ਵੀ ਸੱਚ ਅਤੇ ਤੱਥ ਦੀ ਮੈਂ ਤੁਹਾਨੂੰ ਹੁਣ ਇੱਕ ਹੋਰ ਐਗਜ਼ਾਮਪਲ ਦੇ ਦਿੰਦਾ। ਮੇਰੇ ਜਿਹੜੇ ਨੇੜੇ ਦੇ ਬੰਦੇ ਆ, ਨੇੜੇ ਦੇ ਬੰਦੇ ਦਾ ਮਤਲਬ ਹੈਗਾ ਮੇਰੇ ਦਿਲ ਦੇ ਨੇੜੇ ਨੇ ਜਿਹੜੇ, ਕਿਉਂਕਿ ਹਰ ਇੱਕ ਬੰਦਾ ਆਪਣਾ ਆਪਣਾ ਡਿਸਟੈਂਸ ਰੱਖਦਾ ਮੇਰੇ ਤੋਂ, ਸਾਰੇ ਇੱਕੋ ਨਹੀਂ ਹੈਗੇ। ਠੀਕ ਹੈ ਨਾ, ਉਹ ਇੱਥੇ ਵੀ ਨੇ, ਉੱਥੇ ਵੀ ਨੇ, ਉੱਥੇ ਵੀ ਨੇ, ਜਿੱਥੇ ਮਰਜ਼ੀ ਨੇ। ਮੈਨੂੰ ਕਿਹਾ ਬਈ ਜਦੋਂ ਆਪਾਂ ਨੂੰ ਕੋਵਿਡ ਹੋਣਾ ਹੀ ਨਹੀਂ, ਵਿਸ਼ਵਾਸ ਦੀਆਂ ਗੱਲਾਂ ਨੇ, ਹਰ ਇੱਕ ਬੰਦੇ ਦੇ ਆਪਣੇ ਆਪਣੇ ਵਿਸ਼ਵਾਸ ਦੀਆਂ ਗੱਲਾਂ ਨੇ। ਵੀ ਬੰਦਾ ਕਿੱਥੇ ਖੜਾ, ਹੋਣਾ ਹੀ ਨਹੀਂ। ਤੁਸੀਂ ਕਿਉਂ ਕਹਿੰਦੇ ਹੋ ਬਈ ਦੇਖੋ ਨਿਆਣੇ ਬਚ ਕੇ ਰਹੋ, ਇੱਕ ਦੂਜੇ ਨੇੜੇ ਬੈਠਣਾ, ਆਪਾਂ ਮੀਟਿੰਗਾਂ ਬੰਦ ਕਰਤੀਆਂ। ਠੀਕ ਹੈ ਨਹੀਂ, ਅਤੇ ਆ ਜਿਹੜਾ ਫੇਸ ਮਾਸਕ ਜਿਹਾ ਲਾ ਕੇ ਰੱਖਣਾ, ਦਸਤਾਨੇ ਪਾ ਕੇ ਰੱਖਣੇ ਆ। ਠੀਕ ਹੈ, ਸੰਭਲ ਕੇ ਰਹਿਣਾ। ਹੁਣ ਇਹ ਸਵਾਲ ਹੈ, ਸਮਝੇ ਨਾ। ਉਹ ਤਾਂ ਮੈਂ ਤੁਹਾਨੂੰ ਗੱਲ ਸਮਝਾਈ ਸੀ ਤੱਥ ਤੋਂ ਸੱਚ ਦੀ ਗੱਲ। ਹੁਣ ਮੈਂ ਤੁਹਾਨੂੰ ਸੱਚ ਤੋਂ ਤੱਥ ਦੀ ਗੱਲ ਸਮਝਾਉਣਾ, ਯੂ ਟਰਨ ਲੈ ਕੇ। ਤੇ ਜਦੋਂ ਹੋਣਾ ਨਹੀਂ, ਇਹ ਗੱਲ ਲੁਕਮੀ ਹੋਈ ਹੈ। ਜਿਹੜੀ ਗੱਲ ਆ, ਇਹਦਾ ਤੁਹਾਡੇ ਨਾਲ ਕੋਈ ਤਾਲੁਕ ਨਹੀਂ ਬਈ ਆਪਾਂ ਨੂੰ ਹੋਣਾ ਨਹੀਂ। ਠੀਕ ਹੈ ਨਾ, ਬਈ ਜਦੋਂ ਆਪਾਂ ਨੂੰ ਹੋਣਾ ਨਹੀਂ ਤਾਂ ਆਪਾਂ ਭਾਸ਼ਣ ਜਿਹੇ ਜਿਹੇ ਕਿਉਂ ਕਰਦੇ ਹਾਂ ਵੀ ਉਹ ਮਾਸਕ ਲਾ ਕੇ ਰੱਖੋ ਜੀ, ਉਹ ਫਲਾਨਾ ਕਰਕੇ ਰੱਖੋ ਜੀ। ਇਹਦਾ ਹੈ ਸੱਚ ਤੋਂ ਤੱਥ ਦਾ ਸਫ਼ਰ, ਪੁੱਠੀ ਲਾਈਨ। ਜੇ ਮੈਂ ਤੁਹਾਨੂੰ ਕਹਾਂ ਸਾਰਿਆਂ ਨੂੰ ਬਈ ਆ ਆਪਣੇ ਲਾਹ ਲੂ ਕੇ ਆ ਜਾਓ, ਮੈਨੂੰ ਪਿਆਰ ਕਰੋ, ਕਿਉਂਕਿ ਬੱਚਿਓ ਤੁਹਾਨੂੰ ਕਿਸੇ ਨਹੀਂ ਹੋ ਸਕਦਾ। ਇਸ ਦਾ ਇੰਪਰੈਸ਼ਨ ਕੀ ਜਾਊ? ਦੁਨੀਆ 'ਤੇ ਕੀ ਜਾਊ? ਅਗਲਾ ਕਹਿੰਦਾ ਚੁੱਪ ਕਰਕੇ ਉਹਨੂੰ ਜਾ ਕੇ ਸਤਿ ਸ੍ਰੀ ਅਕਾਲ ਬੁਲਾਏਗਾ, ਆਪਾਂ ਤਾਂ ਹੋਣਾ ਹੀ ਨਹੀਂ, ਮਗਰੋਂ ਗੀਟੇ ਕੱਢਾਂਗੇ, ਜੋ ਮਰਜ਼ੀ ਕਰਾਂਗੇ। ਇਹਦੇ ਨਾਲ ਹੈਗਾ ਇਹ ਕਿ ਇੱਕ ਜਿਹੜਾ
ਧਰਤੀ ਦੇ ਉੱਤੇ ਆਮ ਲੋਕਾਂ ਦੇ ਬਚਣ ਦੇ ਡਾਕਟਰੀ ਇਲਾਜ ਆ ਜਿਨ੍ਹਾਂ 'ਤੇ ਪਲਦੇ ਆ ਵਿਚਾਰੇ ਹੈਂ। ਉਹ ਕੁੜੀ ਪੈਸੇ ਪੂਸੇ ਲੈ ਕੇ ਆ ਗਈ, ਮਗਰੋਂ ਮੁੱਕਰ ਗਈ ਪੈਸੇ ਦੇਣ ਤੋਂ। ਡਾਕਟਰਨੀ ਜਿਹੜੀ ਹੈ ਪੈਨਸ਼ਨ ਨਹੀਂ ਲੈ ਕੇ ਆ ਗਈ, ਨੋਟ ਬਣਾ ਕੇ ਬੈਠੀ ਹੈ, ਆਪਾਂ ਨੂੰ ਪੁੱਛਦੀ ਨਹੀਂ। ਤਾਂ ਇਹਨਾਂ ਦਾ ਜਿਹੜਾ ਰੁਜ਼ਗਾਰ ਹੈ ਇਸ ਗੱਲ 'ਤੇ ਚੱਲਦਾ ਹੈ ਬਈ ਮੈਂ ਇਹ ਗੱਲ ਨਾ ਦੱਸਾਂ ਲੋਕਾਂ ਨੂੰ, ਠੀਕ ਹੈ, ਕਿਉਂਕਿ ਲੋਕਾਂ ਨੂੰ ਤਾਂ ਬਿਮਾਰੀਆਂ ਹੋਣੀਆਂ ਹੈ, ਇਹ ਬਿਮਾਰੀਆਂ ਹੋਣੀਆਂ, ਠੀਕ ਹੈ। ਮੈਂ ਜਦੋਂ ਬਾਹਰ ਨਿਕਲਦਾ ਮੇਰੇ ਇੱਥੇ ਵੀ ਰੱਖੇ ਹੋਏ ਨੇ, ਮੇਰੇ ਬੈਗ ਦੇ ਵਿੱਚ ਵੀ ਪਾਇਆ ਹੋਇਆ। ਮੈਂ ਜਦੇ ਲਾਲ ਕਿਉਂ ਨਹੀਂ ਡਾਕਟਰ ਸਾਹਿਬ, ਪੰਕਜ ਆਪਾਂ ਗਏ ਸੀ ਨਾ ਕੱਲ, ਲਾਲ ਸੀ ਨਾ ਆਪਾਂ, ਤੇ ਇਹਦਾ ਹੈਗਾ ਕਿ ਸੱਚ ਤੋਂ ਤੱਥ ਦਾ ਸਬਰ। ਮੈਨੂੰ ਇਹ ਨਹੀਂ ਕਰਨਾ ਚਾਹੀਦਾ, ਮੈਨੂੰ ਉਹ ਕਰਨਾ ਚਾਹੀਦਾ ਜਿਹਦੇ ਨਾਲ ਜਨਰਲ ਪਬਲਿਕ ਦਾ ਫਾਇਦਾ ਹੁੰਦਾ। ਜਨਰਲ ਪਬਲਿਕ ਦਾ ਫਾਇਦਾ ਹੁੰਦਾ ਵੀ ਬਚਾਅ ਕਰਨ, ਮਤਲਬ ਇਹਦਾ ਆਪੋਜ਼ਿਟ ਵੀ ਹੈਗਾ। ਇਹਦਾ ਇਹ ਵੀ ਮਤਲਬ ਹੈਗਾ ਹੈ ਕਿ ਅਸੀਂ ਆਪਣੀ ਨਜ਼ਰ 'ਚ ਜਿਹੜੇ ਸਾਡੀ ਨਜ਼ਰ 'ਚ ਕੁਛ ਨਹੀਂ ਹੈਗਾ, ਸਾਡੀ ਨਜ਼ਰ 'ਚ ਪਰਮਾਤਮਾ ਅਤੇ ਪਰਮਾਤਮਾ ਦਾ ਰੰਗ ਆ, ਜਿਹਨੂੰ ਗੋਡ ਅਤੇ ਗੋਡਲੀਨੈਸ ਕਹਿੰਦੇ ਆ। ਜੋ ਉਹਦੇ ਲਈ ਠੀਕ ਆ ਉਹ ਸੱਚ ਹੈ। ਇਹ ਗੱਲ ਹੈ ਕਿ ਇਸ ਤਰ੍ਹਾਂ ਕਿਸੇ ਦਾ ਕੋਈ ਸਵਾਲ ਬੋਲੋ, ਹੁਣ ਕਿਸੇ ਦੇ ਮਨ 'ਚ ਕੋਈ ਗੱਲ ਆਉਂਦੀ ਹੋਵੇ ਤਾਂ। ਜੇ ਚੁੱਪ ਕਰਕੇ ਸਿੱਧੀ ਗੱਲ ਇਹ ਹੈ ਬਈ ਬਹੁਤਾ ਲੰਬਾ ਚੌੜਾ ਸੋਚਣ ਦੀ ਲੋੜ ਨਹੀਂ, ਜਿੰਨੀਆਂ ਕੁ ਆਪਣੀ ਗੱਲਾਂ ਨੇ ਇਹ ਮੰਨ ਲਓ। ਮੇਰਾ ਆਹ ਮੁੰਡਾ ਮੇਰਾ ਬੈਠਾ, ਸਮਝੇ ਨਾ, ਇਹਦੇ ਵਰਤੋਂ ਵਿਹਾਰ ਦੇ ਵਿੱਚ ਇੱਕ ਮੈਂ ਇਹਨੂੰ ਬਦਲ ਭੇਜਤਾ, ਇਹਨੂੰ ਜਿਹੜੀ ਆਪਾਂ ਕਰਨਾ ਚਾਹੀਦਾ, ਜਿਹੜੀਆਂ ਆਪਾਂ ਸਾਰੀਆਂ ਗੱਲਾਂ ਨੇ ਵਰਤੋਂ ਵਿਹਾਰ ਇਹਨੂੰ ਕਹਿੰਦੇ ਆ। ਵਰਤੋਂ ਵਿਹਾਰ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਹੈਗੀ, ਇਹ ਰਾਹ ਹੈਗਾ ਰੱਬ ਦਾ। ਵਰਤੋਂ ਦਾ ਮਤਲਬ ਹੈਗਾ ਇਹ ਕਿ ਜੋ ਕੁਝ ਸਾਨੂੰ ਮਿਲਿਆ ਉਹਨੂੰ ਅਸੀਂ ਕਿਵੇਂ ਯੂਜ਼ ਕਰਦੇ ਹਾਂ। ਜੇ ਸਾਨੂੰ ਗਿਆਨ ਮਿਲਿਆ ਤਾਂ ਆਪਾਂ ਕਿਵੇਂ ਯੂਜ਼ ਕਰਦੇ ਹਾਂ। ਜਿਵੇਂ ਆਪਾਂ ਸੱਚ ਅਤੇ ਤੱਥ ਦੀ ਗੱਲ ਕਰ ਲਈ, ਜਿਵੇਂ ਆਪਾਂ ਗੱਲ ਕਰ ਲਈ ਫੈਸਲਿਆਂ ਨੂੰ ਫਾਸਲਿਆਂ ਦੇ ਸਪੁਰਦ ਨਾ ਕਰੋ, ਜਿਵੇਂ ਇਹਦੇ ਨਾਲ 25 ਪੁਆਇੰਟ ਪ੍ਰੋਗਰਾਮ 'ਤੇ ਲਿਖੇ ਹੋਏ ਆ, ਉਹ ਤੁਹਾਡੇ ਦਿਮਾਗ ਦੇ ਵਿੱਚ ਉਕਰੇ ਜਾਣੇ ਚਾਹੀਦੇ ਵੀ ਇੱਥੇ ਟਿਕਾਂਗੇ ਆਪਾਂ, ਠੀਕ ਹੈ। ਇਹਦੇ ਨਾਲ ਦੂਜੀ ਗੱਲ ਇਹ ਹੈ ਕਿ ਸਭ ਤੋਂ ਪਹਿਲੀ ਚੀਜ਼ ਸਮੱਗਰੀ ਜਿਹੜੀ ਸਾਨੂੰ ਰੱਬ ਨੇ ਦਿੱਤੀ ਹੈ ਵਰਤਣ ਲਈ, ਕੋਈ ਵਰਤੋਂ ਦਾ ਮਤਲਬ ਸਾਨੂੰ ਕਿਸੇ ਪਰਮਾਤਮਾ ਨੇ ਦਿੱਤਾ ਹੋਇਆ, ਅਸੀਂ ਉਹਨੂੰ ਵਰਤਣਾ ਕਿਵੇਂ, ਜੋ ਕੁਝ ਸਾਡੇ ਕੋਲ ਹੈਗਾ। ਉਹਦੇ 'ਚ ਪਹਿਲੀ ਹੈਗੀ ਉਹਨੇ ਸਾਨੂੰ ਦੇ ਦਿੱਤੀ ਬੋਡੀ, ਤਾਂ ਆਪਾਂ ਇਹ ਹੈਗਾ ਆਪਾਂ ਮੈਨੇ ਜੀਵਾਤਮਾ ਸਾਡੀ ਰੂਹ, ਠੀਕ ਹੈ ਨਾ। ਤਾਂ ਅਸੀਂ ਇਹਨੂੰ ਜਿਹੜੀ ਰੱਬ ਨੇ ਸਾਨੂੰ ਇਹ ਪਹਿਲੀ ਦਾਤ ਦਿੱਤੀ ਹੈ, ਇਹਨੂੰ ਆਪਾਂ ਕਿਵੇਂ ਵਰਤਣਾ, ਹੈਗਾ ਨਾ। ਅਤੇ ਆਪਣੇ ਕਈ ਲੈਕਚਰਾਂ ਦੇ ਵਿੱਚ ਵੀ ਹੈ, ਅਤੇ ਆਪਾਂ ਸਿੱਧਾ ਕਹਿੰਦੇ ਹਾਂ ਦੇਖੋ ਭਾਈ ਬੋਡੀ ਦਿੱਤੀ ਹੈ, ਆਰਾਮ ਨਾਲ ਸੰਭਾਲ ਕੇ ਰੱਖੋ, ਅਤੇ ਨਹਾਇਆ ਧੋਇਆ ਕਰੋ ਚੰਗੀ ਤਰ੍ਹਾਂ ਨਿੱਘੇ ਪਾਣੀ ਨਾਲ, ਮਗਰੋਂ ਹੌਲੀ ਹੌਲੀ ਇਹਦੇ 'ਤੇ ਤੇਲ ਲਾਇਆ ਕਰੋ, ਫੀਲ ਕਰਿਆ ਕਰੋ ਕਿ ਮੇਰੀ ਬੋਡੀ ਹੈ। ਆਪਾਂ ਕਹਿੰਦੇ ਨੇ ਪਹਿਲੀ ਦਾਤ ਇਹ ਹੈ। ਦੂਜੀ ਦਾਤ ਇਹ ਹੈਗਾ ਕਿ ਸਾਨੂੰ ਦੁਨੀਆ ਦੀ ਹਰ ਇੱਕ ਚੀਜ਼ ਪ੍ਰੋਵਾਈਡ ਕੀਤੀ ਹੈ ਵੀ ਲੈ ਕਾਕਾ ਇਹ ਤਾਂ ਜਿਹੜੀ ਚੀਜ਼ ਤੈਨੂੰ ਜੀਜ਼ ਕਰੂ ਉਹਨੂੰ ਉਵੇਂ ਵਰਤ ਲੈ, ਠੀਕ ਹੈ ਨਾ। ਸਾਨੂੰ ਪਰਿਵਾਰ ਦਿੱਤਾ, ਸਾਨੂੰ ਦੇਸ਼ ਦਿੱਤਾ, ਸਾਨੂੰ ਦੁਨੀਆ ਦਿੱਤੀ। ਹੁਣ ਇਹਦੇ 'ਚ ਆਪਾਂ ਇਹ ਕਹਿੰਦੇ ਹਾਂ ਬਈ ਜਿਹੜੀ ਤੇਰਾ ਸੋਸ਼ਲ ਸੈਟਅਪ ਹੈ,
ਸੋਸ਼ਲ ਸੈਟਅਪ ਦੇ ਉੱਤੇ ਸਾਨੂੰ ਰੱਬ ਨੇ ਕੀ ਦਿੱਤਾ? ਸਾਰਾ ਸੰਸਾਰ ਦਿੱਤਾ। ਸਾਰੇ ਸੰਸਾਰ ਤੋਂ ਹੇਠਾਂ ਨੂੰ ਸ਼ੁਰੂ ਕਰ, ਪਰਿਵਾਰ ਤੋਂ ਸੰਸਾਰ ਵੱਲ ਨੂੰ ਨਾ ਜਾ। ਇਹ ਗੱਲਾਂ 'ਚ ਕੀ ਦੂਜਾ ਕੀ ਫਰਕ ਹੈਗਾ ਇਹਨਾਂ 'ਚ? ਸੰਸਾਰ ਤੋਂ ਪਰਿਵਾਰ ਵੱਲ ਨੂੰ ਆ, ਪਰਿਵਾਰ ਤੋਂ ਸੰਸਾਰ ਵੱਲ ਨੂੰ ਨਾ ਜਾ। ਇਹਦਾ ਮਤਲਬ ਹੈਗਾ ਇਹ ਕਿ ਜੇ ਪਰਿਵਾਰ ਵਾਲੀ ਗੱਲ ਹੈ ਤਾਂ ਬੰਦਾ ਸੋਚਦਾ ਮੇਰਾ ਫਾਇਦਾ ਕੀ ਹੈ, ਮੇਰੇ ਨਿਆਣੇ ਦਾ ਕੀ ਹੈ। ਮੈਜੋਰਿਟੀ 95% ਬੰਦੇ ਇੰਨੇ ਸੋਚਦੇ ਆ ਵੀ ਇਹ ਮੇਰੇ 2 ਨਿਆਣੇ ਹਨ, ਇਹਨਾਂ ਦੀ ਕੀ ਫਾਇਦਾ ਹੁੰਦਾ ਹੈ, ਇਹ ਸਭ ਤੋਂ ਵਧੀਆ ਪੜ੍ਹ ਜਾਣ, ਇਹ ਤੇ ਲੱਗ ਜਾਣ ਥਾਣੇਦਾਰ। ਥਾਣੇਦਾਰ ਮੈਨੇ ਸਭ ਤੋਂ ਵੱਡਾ ਪੁਲਿਸ ਅਫਸਰ, DGP। ਥਾਣੇਦਾਰ DGP ਹੁੰਦਾ ਕਿਉਂਕਿ ਉਹ ਰਿਸ਼ਵਤ ਦਾ ਪੱਕਾ ਸੋਰਸ ਹੁੰਦਾ। ਪੈਸੇ ਜਿਹੜੇ ਹੈਗੇ ਉਹਨੂੰ ਉਹ ਉੱਥੋਂ ਸ਼ੁਰੂ ਹੁੰਦੇ ਆ, ਉਹ ਇਕੱਠੇ ਕਰਕੇ ਲੋਕਾਂ ਨੂੰ ਦਿੰਦਾ ਤਾਂ ਦੇਣ ਅਤੇ ਆਪਣਾ ਅੱਧ ਵਿੱਚ ਰੱਖ ਲੈਂਦਾ। ਠੀਕ ਹੈ ਨਾ? ਮੇਰਾ ਨਿਆਣਾ ਥਾਣੇਦਾਰ ਬਣ ਜਾਵੇ, ਮੇਰਾ ਨਿਆਣਾ ਫਲਾਂ ਬਣ ਜਾਵੇ। ਠੀਕ ਹੈ ਨਹੀਂ? ਅਤੇ ਕਦੇ ਕਿਸੇ ਨੇ ਸੋਚਿਆ ਵੀ ਮੇਰਾ ਨਿਆਣਾ ਜਿਹੜਾ ਹੈਗਾ ਸ਼ਰੀਫ ਜਿਹਾ ਪ੍ਰੋਫੈਸਰ ਬਣ ਜਾਵੇ, ਮਾਸਟਰ ਬਣ ਜਾਵੇ, ਇਹ ਚੰਗਾ ਖੇਤੀ ਕਰੇ ਅਤੇ ਧਿਆਨ ਦੇਣਾ ਰਹੇ, ਵੀ ਐਵੇਂ ਜੱਟ ਜਿਹਾ ਬਣ ਕੇ ਸ਼ਰਾਬਾਂ ਜਿਹੀਆਂ ਕੱਢ ਕੇ ਨਾ ਪੀ ਜਾਵੇ ਅਤੇ ਝੋਨੇ ਅਤੇ ਕਣਕ ਹੀ ਬੀਜੀ ਜਾਵੇ, ਵੀ ਇਹ ਕਹਿੰਦਾ ਸਬਜ਼ੀਆਂ ਬੀਜ ਕੇ ਪੈਸੇ ਬਹੁਤੇ ਬਣਾਵੇ। ਆਪਾਂ ਨਿਆਣੇ ਤੱਕ ਸੀਮਤ ਹਨ। ਫਿਰ ਆਪਾਂ ਦੇਖਦੇ ਹਾਂ ਵੀ ਆਪਣੇ ਪੈਸੇ ਜੇ ਹੋਣ ਤਾਂ ਬਹੁਤੇ ਤਾਂ ਇਹ ਸੋਚਦੇ ਵੀ ਨਿਆਣੇ 'ਤੇ ਲਾ ਦਿਓ। ਪੁੱਠਾ ਕੰਮ, ਗਲਤ ਕੰਮ। ਜਿਹੜਾ ਮਾਪਾ ਸੋਚਦਾ ਨਾ ਵੀ ਮੈਂ ਜਿਹੜੀ ਸਾਰੀ ਕਮਾਈ ਕਰਦਾ ਅਤੇ ਸਾਰੀ ਨਿਆਣੇ 'ਤੇ ਲਾ ਦਿਓ, ਉਹਦੇ ਵਰਗਾ ਬੇਵਕੂਫ ਕੋਈ ਨਹੀਂ, ਪਾਗਲ ਹੈ, ਆਪਣੀ ਸੁਸਾਈਡ ਕਰਦਾ। ਤੁਸੀਂ ਸਾਰੇ ਹੁਣ ਮੇਰੀ ਗੱਲ ਦੇਖਦੇ ਉਲਟੋਂ, ਉਹ ਭਾਈ ਨਿਆਣੇ ਦਾ ਬਣ ਜੂ, ਠੀਕ ਆ, ਸਾਨੂੰ ਕੀ ਆ। ਉਹ ਪਰਸਨ ਚੌਥੇ ਮੇਰੇ ਕੋਲ ਆਏ, ਉਹ ਕਹਿੰਦੇ ਜੀ ਸਾਡਾ ਬਹੁਤ ਨੁਕਸਾਨ ਹੋ ਗਿਆ। ਕੀ ਨੁਕਸਾਨ ਹੋ ਗਿਆ? ਉਹ ਕੁੜੀ ਨੂੰ ਪੈਸੇ ਦੇ ਕੇ ਭੇਜਿਆ ਸੀ ਇੰਨੇ ਲੱਖ, ਹੈਂ ਬਈ ਕੁੜੀ ਸਾਨੂੰ ਪੈਸੇ ਮੋੜੂ ਅਤੇ ਬਾਅਦ ਦੇ ਵਿੱਚ ਜਦੋਂ ਸਿਆਣੀ ਹੋ ਗਈ ਤਾਂ PR ਲਈ ਸਾਨੂੰ ਸੱਦੂ। ਆਪਾਂ ਇਹੀ ਸੋਚਦੇ ਨਾ। ਉਹ ਕੁੜੀ ਨੇ ਪਤਾ ਕੀਤਾ, ਉਹ ਇੱਥੋਂ ਚਲੀ ਗਈ, ਉਹ ਪੈਸੇ ਦੇ ਉੱਤੇ ਪੜ੍ਹਨ, ਅਤੇ ਉੱਥੇ ਜਾ ਕੇ ਬਣਾ ਲਿਆ ਬੋਆਏਫਰੈਂਡ, ਅਤੇ ਬੋਆਏਫਰੈਂਡ ਨੇ ਕਰਾ ਲਿਆ ਵਿਆਹ। ਬੇਬੇ ਬਾਪੂ ਫੋਨ ਉਡੀਕਦੇ ਆ, ਲੁੱਟ ਕੇ ਤੁਰਦੀ ਲੱਗੀ। ਠੀਕ ਹੈ ਨਾ? ਹੁਣ ਇਹਦੇ 'ਚ ਜਦੋਂ ਪਰਿਵਾਰ ਦੀ ਗੱਲ ਕਰਦੇ ਹਾਂ ਤਾਂ ਬੰਦਾ ਇਹ ਦੇਖਦਾ ਵੀ ਮੈਂ ਨਿਆਣੇ ਨੂੰ ਤੋਰ ਦੂੰ ਅਤੇ ਬਹੁਤ ਵਧੀਆ ਗੱਲ ਆ, ਅਤੇ ਨਾਲ ਇਹ ਸੋਚਦਾ ਵੀ ਜਦੋਂ ਮੈਂ ਜਾਊਂ ਤਾਂ ਮੇਰਾ ਠੀਕ। ਠੀਕ ਹੈ ਨਾ? ਅਤੇ ਜੇ ਕੁੜੀ ਸਿਆਣੀ ਹੋਵੇ, ਉਹ ਤਾਂ ਮੁੰਡਾ ਜਿਹਾ ਲੱਭ ਕੇ ਵਿਆਹ ਕਰਾ ਕੇ ਤਿੱਤਰ ਨਾ ਹੋਵੇ, ਸਾਊ ਹੋਵੇ, ਅਤੇ ਉਹ ਘਰ ਦੇ ਪੈਸੇ ਪੂਸੇ ਕਮਾ ਕੇ ਬੁੜਿਆਂ ਨੂੰ ਸੱਦ ਲਵੇ, ਤਾਂ ਜਿਹੜੇ ਬੁੜਾ ਬੁੜੀ ਨੇ ਇੰਨੇ ਖਚਰੇ ਆ ਉੱਥੇ ਕੈਨੇਡਾ 'ਚ, ਬੁੜੀਆਂ ਸਹੁਰੇ ਦੇ ਜਾਂਦੇ ਤਾਂ ਕੁੜੀ ਦੇ ਸਿਰ 'ਤੇ ਆ, ਖਾ ਤਾਂ ਜਾਂਦੇ ਆ ਕੁੜੀ ਨੂੰ, ਜਦੋਂ ਉੱਥੇ ਜਾਂਦੇ ਮਗਰੋਂ ਬੇਸਮੈਂਟ ਜੀ ਲੈ ਕੇ ਪਰੇ ਹੋ ਜਾਂਦੇ। ਉਹ ਕੁੜੀ ਨੇ ਜਿਹੜਾ ਘਰ ਵਾਲੇ ਤੋਂ ਪੈਸੇ ਇਕੱਠੇ ਲਏ ਹੁੰਦੇ ਆ, ਉਹ ਵਿਚਾਰੀ ਉਹਦੇ ਘਰ ਰੌਲਾ ਪਾ। ਠੀਕ ਹੈ ਨਾ? ਅਤੇ ਇਹ ਜਿਹੜਾ ਕਬਾੜਖਾਨਾ ਪਰਿਵਾਰ ਹੈ, ਮੈਂ ਕਹਿੰਦਾ ਇਸ ਨੂੰ ਉਲਝੂ। ਗੱਲ ਲੱਗਦੀ ਹੈ ਪੁੱਠੀ। ਅਸੀਂ ਮੁੰਡਿਆਂ ਨੂੰ ਪੜ੍ਹਾਉਣਾ, ਜਿੰਨੀ ਸਾਡੀ ਵੇਤਾ ਉਸ ਅਨੁਸਾਰ ਪੜ੍ਹਾਵਾਂਗੇ। ਅਤੇ ਜਿਹੜਾ 16 ਸਾਲ ਤੋਂ ਵੱਡਾ ਬੱਚਾ ਕੋਈ ਕੰਮ ਨਹੀਂ ਕਰਦਾ, ਉਹ ਤੁਹਾਡਾ ਪੁੱਤ ਨਹੀਂ, ਸਭ ਤੋਂ ਵੱਡਾ ਦੁਸ਼ਮਣ ਦੁਨੀਆ 'ਚ। ਸਹੁਰੀ ਦੇ ਫੈਸ਼ਨ ਜਿਹਾ ਕੱਢ ਕੇ ਮੇਰੇ ਵਰਗੀ ਟਾਈ ਲਾ ਕੇ ਗੇੜੇ ਦਿੰਦੇ ਆ, ਮੋਟਰਸਾਈਕਲਾਂ 'ਤੇ ਜਾਂਦੇ ਆ,
ਕਾਲਜਿਸ ਦੇ ਸਾਹਮਣੇ ਜਾ ਕੇ ਕੁੜੀਆਂ ਕੜੀਆਂ ਦੇਖ ਕੇ ਮੁੜ ਜਾਂਦੇ ਆ। ਅਤੇ ਜੇ ਉਦੋਂ ਹੁੰਦਾ ਤਾਂ ਪੰਕਜ ਆਪਣੇ ਮੁੰਡਿਆਂ ਵਾਲਾ ਕੰਮ ਕਰਦੇ ਆ, ਘਰਦਿਆਂ ਦੇ ਪੈਸੇ ਲੁੱਟ ਕੇ ਗਰੁੱਪ ਬਣਾ ਕੇ ਡਾਂਗ ਸੋਟਾ ਕਰਦੇ ਆ। ਕਰਦੇ ਕਿ ਨਹੀਂ ਕਰਦੇ? ਅਤੇ ਆ ਬੰਦਾ ਕੀ ਕਰਦਾ, ਉਹ ਲੋਕ ਜੋ ਬੇਇੱਜ਼ਤੀ, ਉਹ ਜੋ ਮੁੰਡੇ ਦਾ ਵਿਆਹ ਨਹੀਂ ਹੋਣਾ, ਮੁੰਡਾ ਹੈਲ ਵਿਦ ਮੁੰਡਾ ਵੱਢਣਾ ਹੈ ਜੇ ਮੁੰਡਾ। ਜਿੰਨਾ ਤੁਸੀਂ ਲੋੜ ਅਨੁਸਾਰ ਖਰਚ ਕਰ ਸਕਦੇ ਹੋ ਬੱਚਿਆਂ 'ਤੇ ਕਰੋ। ਅਤੇ ਬੱਚਿਆਂ ਨੂੰ ਚਾਹੀਦਾ ਜਦੋਂ ਮਤਲਬ 16 ਸਾਲ ਦਾ ਹੋ ਗਿਆ ਉਹਨੂੰ ਮਾਂ ਬਾਪ ਦੇ ਨਾਲ ਹੱਥ ਵਟਾਉਣਾ ਚਾਹੀਦਾ। ਜਿਹੜੀਆਂ ਆਹ ਕੁੜੀਆਂ ਨੇ ਸੋਹਣੇ ਸੋਹਣੇ ਹੱਥ ਲਈ ਫਿਰਦੀਆਂ, ਮੇਰੇ ਹੱਥ ਨੂੰ ਫਲਾਨਾ ਨਾ ਹੋ ਜਾਵੇ, ਮੈਂ ਤਾਂ ਜੀ ਦਸਤਾਨੇ ਪਾ ਕੇ ਭਾਂਡੇ ਮਾਂਜੂਗੀ, ਵੱਡੋ ਫਾਹਾ ਹੈ ਜੀ। ਅਤੇ ਇਹਦੇ 'ਚੋਂ ਆਪਣਾ ਵੀ ਨੁਕਸਾਨ ਕਰਦੇ ਨੇ, ਦੂਜੇ ਵੀ ਕਰਦੇ ਨੇ। ਆਪਦਾ ਨੁਕਸਾਨ ਤਾਂ ਇਹ ਕਰਦੀਆਂ ਨੇ ਵੀ ਜਦੋਂ ਚਿੱਟੇ ਚਿੱਟੇ ਜਾਂ ਤਾਂ ਅੱਗੇ ਚਲੇ ਜਾਂਦੀਆਂ ਨੇ ਅਤੇ ਗਾਂ ਬੁੜੀ ਸੱਸ ਦੇ ੜਕੇ ਆ ਜਾਂਦੀਆਂ ਨੇ, ਉਹ ਗੇੜਾ ਦੇ ਦਿੰਦੀ ਹੈ, ਫਿਰ ਕਹਿੰਦੀ ਹੈ ਮੇਰੀ ਸੱਸ ਮਾੜੀ ਹੈ। ਇਹ ਨਹੀਂ ਕਹਿੰਦੀ ਵੀ ਮੈਨੂੰ ਕੰਮ ਨਹੀਂ ਆਉਂਦਾ। ਇਹ ਸੱਚ ਹੈ, ਠੀਕ ਹੈ ਨਾ। ਅਤੇ ਜੇ ਕੁੜੀ ਘਰ ਕੰਮ ਸਿੱਖ ਕੇ ਜਾਂਦੀ ਹੈ ਤਾਂ ਸੱਸ ਖੂੰਜੇ ਲੱਗ ਜਾਂਦੀ ਹੈ। ਜੇ ਸੱਸ ਨੇ ਰੌਲਾ ਪਾਉਣਾ ਹੋਵੇ ਤਾਂ ਕੁੜੀ ਨੂੰ ਭੁਲੇਖਾ ਦੇ ਕੇ ਉਹਦੀ ਦਾਲ 'ਚ ਨੂਣ ਪਾਉਣਾ ਪਾ ਕੇ ਆਉਂਦੀ ਹੈ, ਨਹੀਂ ਅਦਰਵਾਈਜ਼ ਕੁੜੀ ਠੀਕ ਕੰਮ ਕਰਦੀ ਹੁੰਦੀ। ਅਤੇ ਜੇ ਬੁੜੀ ਬੋਲੇ ਤਾਂ ਪਹਿਲਾਂ ਤਾਂ ਬੁੜੀ ਦਾ ਬੁੜਾ ਜਿਹੜਾ ਉਹੀ ਖਲਪਾਟ ਚੱਕ ਲੈਂਦਾ, ਅਤੇ ਨਹੀਂ ਉਹਦਾ ਪੁੱਤ ਚੱਕ ਲੈਂਦਾ ਵੀ ਬੇਬੇ ਨਿਕਲ ਬਾਹਰ। ਕੁੜੀਆਂ ਕਹੀ ਜਾਂਦੇ ਮੇਰੀ ਸੱਸ ਬਹੁਤ ਮਾੜੀ ਹੈ ਜੀ। ਬਈ ਮਾੜੀ ਕੀ, ਜਦੋਂ ਕੁੰਜੀ ਦਾ ਲੈਣੀ ਹੈ ਰੌਲਾ ਤਾਂ ਪਊਗਾ ਹੀ। ਇਹ ਮੈਂ ਤੁਹਾਨੂੰ ਗੱਲਾਂ ਕਿਉਂ ਕਰਨਾ, ਮੈਂ ਕਹਿੰਦਾ ਆਹਾ ਮਾਇਆ ਜਾਲ ਆ। ਪਰਿਵਾਰ ਤੋਂ ਨਾ ਤੁਰੋ, ਸੰਸਾਰ ਤੋਂ ਤੁਰੋ ਹੇਠਾਂ। ਸੰਸਾਰ ਕੀ ਹੈ ਵੀ ਭਾਈ ਸਾਰੀ ਦੁਨੀਆ ਨੂੰ ਜਿਉਣ ਦਾ ਹੱਕ ਆ, ਸਾਰੇ ਬੰਦੇ ਪਰਮਾਤਮਾ ਦੇ ਆਪਾਂ, ਮੈਂ ਵੀ ਪਰਮਾਤਮਾ ਦਾ। ਅਤੇ ਜੇ ਮੈਨੂੰ ਪਰਮਾਤਮਾ ਨੇ ਸਰੀਰ ਤੇ ਮੈਂ ਸਾਂਭ ਕੇ ਵੀ ਰੱਖਣਾ ਅਤੇ ਮੈਂ ਕਿਸੇ ਦਾ ਨੁਕਸਾਨ ਨਹੀਂ ਕਰਨਾ। ਇੱਥੋਂ ਸ਼ੁਰੂ ਕਰੋ ਆਪਣੇ ਵੱਲ ਨੂੰ। ਜਿਹੜੀ ਗੱਲ ਆਪਾਂ ਕਹਿੰਦੇ ਹਾਂ ਨਾ, ਮੈਂ ਤੁਹਾਨੂੰ ਵਾਹਿਗੁਰੂ ਵਾਹਿਗੁਰੂ ਕਰਨ ਦੇ ਤਰੀਕੇ ਨਹੀਂ ਪਹਿਲਾਂ ਸਿਖਾਉਂਦਾ। ਮੈਂ ਨਹੀਂ ਕਹਿੰਦਾ ਦੇਖ ਭਾਈ ਐਂ ਕਰ ਲਾ, ਜਾਂ ਜਿਹੜਾ ਪਹਿਲਾਂ ਪੁੱਛਿਆ ਉਹ ਮੈਂ ਨਹੀਂ ਪਹਿਲਾਂ ਕਹਿੰਦਾ। ਮੈਂ ਕਹਿੰਦਾ ਦੇਖ ਭਾਈ, ਇੱਕ ਤਾਂ ਤੂੰ ਕੰਮ ਕਰ, ਦੂਜੇ ਤੇਰੇ ਕੋਲੇ ਜੇ ਕੰਮ ਕਰੇਗਾ ਤਾਂ ਆਜ਼ਾਦ ਰਹੇਗਾ। ਦੂਜੀ ਗੱਲ ਇਹ ਹੈ ਕਿ ਬਾਡੀ ਨੂੰ ਸੰਭਾਲ ਕੇ ਰੱਖ, ਸ਼ਰਾਬਾਂ ਸ਼ਰੂਬਾਂ ਬਹੁਤੀਆਂ ਨਾ ਪੀ, ਠੀਕ ਹੈ ਨਾ। ਅਤੇ ਚਿੱਟਾ ਚੁੱਟਾ ਨਾ ਲਾ, ਅਤੇ ਸਿੱਧੀ ਜੱਟ ਜਿਹੀ ਰੋਟੀ ਖਾ ਕੇ ਬਾਡੀ ਨੂੰ ਕਾਇਮ ਕਰ ਲਾ। ਤੀਜੇ ਇਹ ਹੈ ਵੀ 4 ਪੈਸੇ ਵੀ ਤੇਰੇ ਕੋਲ ਚਾਹੀਦੀ ਹੈ, ਜਿਹਨੂੰ ਆਪਾਂ ਛੱਤ ਕਹਿੰਦੇ ਹਾਂ। ਬਈ ਇਹ ਹੋਣੇ ਜ਼ਰੂਰੀ ਹੈ। ਬਈ ਜੇ ਤੇਰੇ ਕੋਲ ਆਹ ਹੈਗੇ ਫਿਰ ਮੈਂ ਤੈਨੂੰ ਗੱਲ ਸਮਝਾਉਣਾ ਰੱਬ ਵਾਲੀ। ਜੇ ਤੇਰੇ ਕੋਲ ਇਹ ਨਹੀਂ ਤਾਂ ਭਾਈ ਇਹ ਕਰ ਪਹਿਲਾਂ, ਸਮਝੇ ਨਾ। ਇਹ ਆਪਣੇ ਵਾਲੇ ਸਿਸਟਮ 'ਚ ਹੀ ਆ। ਦੂਜੇ ਜਿਹੜੇ ਆ ਉਹ ਫਸਾਉਂਦੇ ਆ ਵੀ ਜਿਹੜੀ ਆ ਗਿਆ ਅੜਕੇ ਉਹਨੂੰ ਜਦੇ ਕਹਿਣਾ ਆ ਜਾ ਤੈਨੂੰ ਆਏ ਆ ਜਿਹੜੇ ਪੰਜਾਂ ਬਾਣੀਆਂ 'ਚ ਇੰਪੋਰਟੈਂਟ ਨੇ। ਸੁਖਮਨੀ ਸਾਹਿਬ ਜਦੋਂ ਮਰਜ਼ੀ ਕਰ ਲਿਆ ਕਰ ਅਤੇ ਉਹਦੇ 'ਚ ਲਾਈਨ ਕਾਗਜ਼ ਦੇ ਦਿਆ ਕਰ, ਇੰਨਾ ਕੁ ਛੱਡ ਕੇ ਸੁਖਮਨੀ ਵੀ ਦੂਜਾ ਕਹਾਂ ਪੜ੍ਹ ਲੂ ਹੈਂ। ਅਤੇ ਗੁਰਦੁਆਰੇ ਨੂੰ ਮਾਲਗ੍ਰਾਮ ਲੈ ਕੇ ਆਇਆ ਕਰ, ਗੁਰੂ ਮਹਾਰਾਜ ਦੇ ਚਰਨਾਂ ਦੇ ਵਿੱਚ ਦਸਵੰਧ ਦੇਣਾ ਚਾਹੀਦਾ ਹੈ, ਉਹਦਾ ਠੱਗੀ ਮਾਰ ਜਾਂਦੇ। ਅਤੇ ਇਹ ਨੁਕਸਾਨ ਵਾਲੀ ਗੱਲ ਹੈ। ਆਪਾਂ ਕਹਿੰਦੇ ਦੇਖ ਭਾਈ ਕੰਮ ਕਰ, ਇਹਦੇ ਪਿੱਛੇ ਗੱਲ ਕੀ ਹੈ? ਇਹਦੇ ਪਿੱਛੇ ਰੱਬ ਨੂੰ ਜਾਣ ਵਾਲੇ ਰਾਹ 'ਤੇ ਬੇਰੋਕ ਤੁਰਨਾ, ਵੀ ਤੁਹਾਨੂੰ ਕੋਈ ਨਾ ਰੋਕ ਸਕੇ। ਜੇ ਬੰਦਾ ਕੰਮ ਕਰਦਾ ਉਹਨੂੰ ਕੋਈ ਰੋਕ ਸਕਦਾ? ਉਹ ਕੋ ਮੈਂ ਕਮਾਉਣਾ, ਮੈਂ ਖਾਣਾ ਵੀ ਜਾਣਾ। ਅਤੇ ਜੇ ਬੰਦੇ ਦੀ ਬਾਡੀ ਬਿਲਕੁਲ ਸਹੀ ਹੈ ਅਤੇ ਉਹ ਬਿਮਾਰ ਨਹੀਂ ਹੈ ਅਤੇ ਉਹਨੂੰ ਘਰ ਦੇ ਰੋਕਣ ਕੋਈ ਖੌਕਸ ਮੈਨੂੰ ਪੜਿਓ, ਜੇ ਤੁਸੀਂ ਮੇਰਾ ਪੈਟਰੋਲ ਨਹੀਂ ਦਿੰਦੇ ਮੈਨੂੰ, ਮੈਂ ਤਾਂ ਤੁਰ ਕੇ ਚਲੇ ਜਾਉਂ।
ਠੀਕ ਹੈ ਨੀ। ਤੇ ਜੇ ਮੇਰੀ ਜੇਬ 'ਚ ਪੈਸਾ ਕੋਈ ਨਹੀਂ ਤੇ ਘਰ ਦੇ ਮੈਨੂੰ ਕਹਿਣ ਵੀ ਤੂੰ ਨਾ ਜਾ, ਤਾਂ ਫਿਰ ਜੇ ਮੇਰੇ ਕੋਲ ਪੈਸੇ ਹੋਣਗੇ ਤੁਸੀਂ ਖਾਓ ਕਸਮਾਂ ਨੂੰ ਖੜੇ ਹੋ ਕੇ, ਮੈਂ ਉਹ ਤੇ ਸ਼ਿਮਲੇ ਜਾ ਕੇ ਹੋਟਲ 'ਚ ਰਹਿ ਤਾਂ ਹੀ ਕਹਿ ਸਕਦੇ ਹੋ। ਮੇਰੇ ਆਪਣੀ ਇਹਦੇ 'ਚ ਅਧਿਆਤਮਕ ਗੱਲ ਕੀ ਹੈ, ਸਪਿਰਿਚੁਅਲ ਗੱਲ ਕੀ ਹੈ। ਸਪਿਰਿਚੁਅਲ ਗੱਲ ਇਹਦੇ 'ਚ ਇਹ ਹੈ ਕਿ ਜਿੰਨੀ ਦੇਰ ਤੱਕ ਬੰਦਾ ਫ੍ਰੀ ਨਹੀਂ ਹੁੰਦਾ, ਇੰਡੀਪੈਂਡੈਂਟ ਨਹੀਂ ਹੁੰਦਾ, ਉਨੀ ਦੇਰ ਤੱਕ ਉਹ ਰੱਬ ਦੇ ਰਾਹ 'ਤੇ ਨਹੀਂ ਤੁਰ ਸਕਦਾ, ਕਿਉਂਕਿ ਸਾਰੀ ਦੁਨੀਆ ਰੋਕਾਂ ਹੀ ਰੋਕਾਂ। ਜੇ ਸੋਹਣਾ ਸੁਨੱਖਾ ਮੁੰਡਾ ਜਾਂਦਾ ਉਹ ਰਾਜ ਕੁੜੀ ਕੋ ਰੁਕ ਜਾ ਆਪਾਂ ਦੋਨੋਂ ਜਾ ਕੇ ਵਿਆਹ ਕਰਾ ਕੇ ਭੱਜਦੇ ਹਾਂ। ਜੇ ਬੰਦਾ ਕਾਇਮ ਹੈਗਾ, ਬੰਦਾ ਕਹਿੰਦਾ ਖਾਓ ਕਸਮਾਂ ਨੂੰ ਫੜੇ, ਉੱਥੇ ਜਾਣਾ ਜਿਹਨੂੰ ਆ ਜਾਊ, ਠੀਕ ਹੈ ਨਹੀਂ। ਇਹਦੇ 'ਚ ਜਿਹੜੀਆਂ ਆਪਣੀਆਂ ਕੈਸੇਟਸ ਨੇ ਨਾ ਬਈ, ਬੰਦੇ ਚੱਲ ਰਹੇ ਆ ਸਫ਼ਰ, ਇੱਕ ਸ਼ੈਤਾਨ ਦੀ ਫੌਜ ਹੈ, ਇੱਕ ਭਗਵਾਨ ਦੀ ਫੌਜ ਹੈ। ਭਗਵਾਨ ਦੀ ਫੌਜ ਵਾਲੇ ਆਪਣੇ ਚੱਲਦੇ ਆ, ਇੱਕ ਦੂਜੇ ਸਹਾਇਕ ਨੇ, ਦੂਜੇ ਦੇ। ਜੇ ਦੂਜੇ ਪਾਸਿਓਂ ਆ ਕੇ ਅੱਜ ਮੈਂ ਜਿਹੜੀ ਕੁੜੀ ਵਾਲੀ ਗੱਲ ਕਹੀ ਹੈ ਨਾ, ਇਹਦੇ 'ਚ ਜਿਹੜੇ 5 ਠੱਗ ਨੇ, ਕਾਮ, ਕ੍ਰੋਧ, ਲੋਭ, ਮੋਹ, ਅਹੰਕਾਰ, ਉਹਨਾਂ ਦੀ ਮਾਰ ਹੈ। ਇਹ ਮਾਰ ਹਰ ਇੱਕ 'ਤੇ ਪਈ, ਕ੍ਰਾਈਸਟ 'ਤੇ ਵੀ ਪਈ, ਬੁੱਧ 'ਤੇ ਵੀ ਪਈ, ਹਰ ਜਿਹੜਾ ਤਗੜਾ ਬੰਦਾ ਉਹਨੂੰ ਪੈਂਦੀ ਹੈ। ਜਿਵੇਂ ਅਸੀਂ ਲੋਕ ਹਾਂ, ਸਾਡੇ 'ਤੇ ਵੀ ਹਮਲੇ ਹੁੰਦੇ, ਐਵੇਂ ਇਹ ਗੱਲ ਨਹੀਂ ਵੀ ਕੋਈ ਹਮਲੇ ਨਹੀਂ ਹੁੰਦੇ। ਠੀਕ ਹੈ, ਤੁਸੀਂ ਆਪਣਾ ਬਚੋ। ਜੇ ਤੁਸੀਂ ਵੀਕ ਹੋ, ਜੇ ਤੁਸੀਂ ਕਮਜ਼ੋਰ ਹੋ, ਜੇ ਤੁਸੀਂ ਘਾਟੇ 'ਚ ਹੋ, ਜੇ ਤੁਸੀਂ ਭਿਖਾਰੀ ਹੋ, ਤੁਸੀਂ ਫਸ ਜਾਓਗੇ। ਹੁਣ ਜੇ ਆਪਣੇ ਮੈਨੂੰ ਹੋ ਜਾਵੇ ਭਾਈ ਆਪਾਂ ਪੈਸੇ ਇਕੱਠੇ ਕਰੀਏ, ਠੀਕ ਹੈ ਨਾ, ਮੈਂ ਕੋਈ ਛੜਯੰਤਰ ਬਣਾਉਂਗੇ ਕਿ ਨਹੀਂ, ਮੈਂ ਕੋਈ ਹੋਰ ਕੁਝ ਨਹੀਂ। ਜੇ ਮੇਰੇ ਤੋਂ ਹੋਊਗਾ ਤਾਂ ਮੈਂ ਕੀਰਤਨੀਆਂ ਵਧੀਆ ਬਣਾ ਕੇ, ਫੈਸ਼ਨੇਬਲ 'ਚ ਬਣਾ ਕੇ ਤੇ ਲੁੱਟਣ ਦਾ ਤਾਂ ਪਲਾਨ ਬਣਾਉ ਨਾ, ਲਾਲਚ, ਉਹ ਠੱਗੀ ਮਾਰਨੀ ਹੈ। ਤਾਂ ਇਹਨਾਂ ਦੇ ਬਚਣ ਤੋਂ ਬੰਦਾ ਜੇ ਇੰਡੀਪੈਂਡੈਂਟ ਨਾ ਜਿਹੜਾ, ਉਹੀ ਕਾਰਗਰ ਹੋ ਸਕਦਾ। ਅਤੇ ਬੰਦੇ ਦਾ ਵਿਸ਼ਵਾਸ ਹੋਵੇ ਦ੍ਰਿੜ, ਜਿਵੇਂ ਮੈਂ ਕਹਤਾ ਨਾ ਵੀ ਗਾਹਾਂ ਇੱਕ ਮਿਲਾਂਗੇ, ਬਈ ਜੇ ਰਾਹ ਦੇ ਵਿੱਚ ਦੂਸਰੇ ਪਾਸੇ ਤੋਂ ਆ ਕੇ ਕੁੜੀ ਕਹਿੰਦੀ ਆ ਜਾ, ਉਹਨੂੰ ਕਿਹਾ ਵੀ ਸਿਰੇ 'ਚ ਟੱਕਰਾਂਗੇ, ਤੂੰ ਗਾਹਾਂ ਹੀ ਆ ਜੀ, ਮੈਨੂੰ ਆਪਾਂ ਇੱਥੇ ਨਹੀਂ ਮਿਲ ਹੁੰਦਾ, ਠੀਕ ਹੈ। ਇਸ ਤਰ੍ਹਾਂ ਲਾਲਚ ਇੱਕ ਜਾਇਦਾਦ ਹੈਗੀ, ਠੀਕ ਹੈ ਨਾ, ਅਤੇ ਜਾਇਦਾਦ ਬੜੀ ਮਾਰਦੀ ਹੈ। ਸਾਡੇ ਤਾਂ ਉਹ ਫੋਰਨ ਕੰਟਰੀ ਤਾਂ ਹੁੰਦਾ ਹੀ ਐਵੇਂ, ਇੱਥੋਂ ਅਤੇ ਉੱਥੇ ਦਾ ਤਾਂ 1000 ਕੋਹਾਂ ਦਾ ਫਰਕ ਹੈਗਾ। ਤਾਂ ਇਹ ਜਿਹੜਾ ਹੈਗਾ ਨਾ ਇੰਡੀਪੈਂਡੈਂਸ, ਇਹ ਇਹਨਾਂ ਗੱਲਾਂ 'ਤੇ ਬੇਸ ਕਰਦੀ ਹੈ। ਅਤੇ ਜੇ ਮੈਂ ਹਥਿਆਰ ਹੀ ਨਾ ਦੇਵਾਂ ਤਾਂ ਮੇਰੇ ਤਾਂ ਸਿਪਾਹੀ ਮਰ ਜਾਣਗੇ ਰਾਹ 'ਚ। ਜੇ ਆਜ਼ਾਦੀ ਵਾਲੀ ਤਲਵਾਰ ਨਾ ਦਈਏ ਤਾਂ ਬੰਦਾ ਤਾਂ ਮਾਰੇਗਾ। ਅਤੇ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨਾ, ਇਹ ਆਜ਼ਾਦ ਜ਼ਰੂਰੀ ਨੇ, ਜਿਹੜੀਆਂ ਦੇਖਣ ਨੂੰ ਧਾਰਮਿਕ ਨਹੀਂ ਲੱਗਦੀਆਂ, ਪਰ ਹੈਗੀਆਂ ਸੀ, ਠੀਕ ਹੈ ਵੀ। ਅਤੇ ਹੁਣ ਜਿਹੜੇ ਹੈਗੇ ਆਪਣੇ ਚੱਲਣੀ ਹੈ, ਕਿਤਾਬ ਸਮਝਾਉਣੀ ਨਹੀਂ, ਅਤੇ ਜਿਹਨੇ ਸਮਝਣੀ ਨਹੀਂ ਉਹ 5-7 ਵਾਰੀ 10 ਵਾਰੀ ਪੜ੍ਹੂ ਅਤੇ ਦੂਜਿਆਂ ਨੂੰ ਸ਼ੇਅਰ ਕਰ ਤੁਸੀਂ, ਠੀਕ ਹੈ ਨਾ। ਅਤੇ ਜਿਹੜਾ ਸਿੱਖੂ ਉਹਦੇ ਲਈ ਮੈਂ ਆਖਰ ਦੇ ਵਿੱਚ ਲਿਖਿਆ ਹੋਇਆ ਵੀ ਕੀ ਹੋ, ਠੀਕ ਹੈ ਬਈ, ਓਕੇ, ਚਲੋ। हे परमात्मा समाप्त दे, हे परमात्मा समाप्त दे, हे परमात्मा समाप्त दे।